ਹੈਲੋ एवरीवन ਮੋਸਟ ਵੈਲਕਮ ਟੂ ਆਵਰ ਚੈਨਲ ਪੀਐਸਟੈਟ ਐਂਡ ਸੀਟੈਟ ਪ੍ਰੈਪਰੇਸ਼ਨ। ਜੇ ਤੁਸੀਂ ਵੀ ਪ੍ਰੈਪਰੇਸ਼ਨ ਕਰ ਰਹੇ ਹੋ ਪੀਐਸਟੈਟ ਦੇ ਲਈ ਜਾਂ ਸੀਟੈਟ ਦੇ ਲਈ ਤਾਂ ਜਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ। ਇਹ ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਣ ਵਾਲਾ ਹੈ ਕਿਉਂਕਿ ਇੱਥੇ ਤੁਹਾਨੂੰ ਫੁੱਲ ਜੋ ਸਿਲੇਬਸ ਹੈ ਪੀਐਸਟੈਟ ਦੇ ਲਈ ਤੇ ਸੀਟੈਟ ਲਈ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਬਿਲਕੁਲ ਫ੍ਰੀ ਆਫ ਕੋਸਟ। ਅੱਜ ਆਪਾਂ ਗੱਲ ਕਰਨ ਵਾਲੇ ਆਪਣੇ ਨੈਕਸਟ ਲੈਕਚਰ ਦੀ ਜੋ ਕਿ ਰਹਿਣ ਵਾਲਾ ਇੰਗਲਿਸ਼ ਦਾ। ਇੰਗਲਿਸ਼ ਦੇ ਉਹ ਸਾਰੇ ਬੱਚੇ ਜੋ ਕਿ ਪੇਪਰ 1 ਦੇ ਨੇ ਜਾਂ ਪੇਪਰ 2 ਦੇ ਨੇ, ਪੇਪਰ 1 ਦੇ ਪੇਪਰ 2 ਦੇ ਸਟੂਡੈਂਟਸ ਜੋ ਕਿ ਪੀਐਸਟੈਟ ਲਈ ਪ੍ਰੈਪਰੇਸ਼ਨ ਕਰ ਰਹੇ ਨੇ ਉਹਨਾਂ ਲਈ ਇਹ ਵੀਡੀਓ ਰਹਿਣ ਵਾਲਾ ਹੈ। ਠੀਕ ਹੈ, ਆਪਣਾ ਜੋ ਇੰਗਲਿਸ਼ ਦਾ ਸਿਲੇਬਸ ਹੈ ਉਹ ਸਟਾਰਟ ਹੋ ਚੁੱਕਿਆ ਜਿਹਦੇ ਵਿੱਚ ਅੱਜ ਆਪਣਾ ਫਸਟ ਟੌਪਿਕ ਕੰਪਲੀਟ ਹੋ ਜਾਣਾ ਹੈ। ਦੇਖੋ ਜੋ ਆਪਣੀਆਂ ਪ੍ਰੀਵੀਅਸ ਵੀਡੀਓਜ਼ ਨੇ ਉਹਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਸਭ ਤੋਂ ਪਹਿਲਾਂ ਆਪਾਂ ਸਿਲੇਬਸ ਜੋ ਹੈ ਉਹਨੂੰ ਡਿਸਕਸ ਕੀਤਾ ਹੈ ਕਿ ਕਿਹੜੇ ਕਿਹੜੇ ਸਿਲੇਬਸ ਦੇ ਟੌਪਿਕਸ ਆਪਾਂ ਕਵਰ ਕਰਨੇ ਨੇ, ਕਿਹੜੇ ਕਿਹੜੇ ਟੌਪਿਕਸ ਆਪਾਂ ਨੇ ਡਿਟੇਲ ਦੇ ਵਿੱਚ ਦੇਖਣੇ ਨੇ, ਕਿਹੜਾ ਟੌਪਿਕ ਜ਼ਿਆਦਾ ਇੰਪੋਰਟੈਂਟ ਹੈ, ਕਿੰਨੇ ਮਾਰਕਸ ਦੇ ਕੁਐਸਚਨ ਉਹਦੇ ਵਿੱਚੋਂ ਆ ਸਕਦੇ ਨੇ। ਇਹ ਸਾਰੀਆਂ ਗੱਲਾਂ ਆਪਾਂ ਫਸਟ ਵੀਡੀਓ ਵਿੱਚ ਡਿਸਕਸ ਕਰ ਚੁੱਕੇ ਹਾਂ। ਮਤਲਬ ਜੇਕਰ ਤੁਹਾਨੂੰ ਸਿਲੇਬਸ ਦੇ ਰਿਗਾਰਡਿੰਗ ਕੋਈ ਵੀ ਡਾਊਟ ਹੈ ਤਾਂ ਤੁਸੀਂ ਉੱਥੋਂ ਕਲੀਅਰ ਕਰ ਸਕਦੇ ਹੋ। ਬਿਲਕੁਲ ਤੁਹਾਨੂੰ ਜੋ ਪਲੇਲਿਸਟ ਹੈ ਨਜ਼ਰ ਆਏਗਾ ਤਾਂ ਸਾਡੇ ਆਈ ਬਟਨ ਦੇ ਵਿੱਚ ਜਾਂ ਫਿਰ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਆਪਾਂ ਜੋ ਆਪਣਾ ਫਸਟ ਟੌਪਿਕ ਹੈ ਵਿਚ ਇਜ਼ ਕਮਿਊਨੀਕੇਸ਼ਨ ਸਕਿੱਲ ਉਸਨੂੰ ਸਟਾਰਟ ਕੀਤਾ ਸੀ। ਕਮਿਊਨੀਕੇਸ਼ਨ ਸਕਿੱਲ ਦੇ ਵਿੱਚ ਆਪਾਂ ਪੂਰਾ ਡਿਟੇਲ ਜੋ ਡਿਸਕਸ਼ਨ ਹੈ ਉਹ ਆਪਾਂ ਕਰ ਚੁੱਕੇ ਹਾਂ ਅਤੇ ਅੱਜ ਆਪਾਂ ਅੱਗੇ ਕੰਟੀਨਿਊ ਕਰਾਂਗੇ। ਅਤੇ ਇਹਦੇ ਵਿੱਚ ਆਪਾਂ ਕੀ ਡਿਸਕਸ ਕਰ ਚੁੱਕੇ ਹਾਂ ਪਹਿਲਾਂ ਆਪਾਂ ਉਸ ਨੂੰ ਦੇਖਾਂਗੇ ਔਰ ਆਫਟਰ ਦੈਟ ਅੱਜ ਦੇ ਟੌਪਿਕ ਨੂੰ ਸਟਾਰਟ ਕਰਾਂਗੇ। ਅਤੇ ਬਿਲਕੁਲ ਅੱਜ ਇਹ ਟੌਪਿਕ ਜੋ ਹੈ ਕੰਪਲੀਟ ਹੋ ਜਾਣਾ ਹੈ। ਆਫਟਰ ਦੈਟ ਆਪਣਾ ਜੋ ਸੈਕਿੰਡ ਟੌਪਿਕ ਹੈ ਵਿਚ ਇਜ਼ ਸਟਿਚਿੰਗ ਏਡਸ ਉਸਨੂੰ ਸਟਾਰਟ ਕੀਤਾ ਜਾਏਗਾ। ਕਲੀਅਰ, ਤਾਂ ਬਿਲਕੁਲ ਇਸ ਨੂੰ ਅੱਗੇ ਕੰਟੀਨਿਊ ਕਰਦੇ ਹਾਂ। ਅਤੇ ਇੱਕ ਹੋਰ ਇਨਫੋਰਮੇਸ਼ਨ ਹੈ ਤੁਹਾਡੇ ਲਈ ਕਿ ਜੇਕਰ ਤੁਸੀਂ ਵੀ ਪ੍ਰੈਪਰੇਸ਼ਨ ਕਰ ਰਹੇ ਹੋ, ਫੁੱਲ ਕੋਰਸ ਤੁਸੀਂ ਕਰਨਾ ਚਾਹੁੰਦੇ ਹੋ ਬਿਲਕੁਲ ਫ੍ਰੀ ਆਫ ਕੋਸਟ, ਤੁਹਾਨੂੰ ਇੱਥੇ ਨੋਟਸ ਵੀ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਔਰ ਨੋਟਸ ਲਈ ਤੁਹਾਨੂੰ ਟੈਲੀਗ੍ਰਾਮ ਚੈਨਲ ਜੋ ਹੈ ਉਹ ਸਬਸਕ੍ਰਾਈਬ ਕਰਨਾ ਪਏਗਾ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਅਤੇ ਬਿਲਕੁਲ ਹਰ ਇੱਕ ਸਬਜੈਕਟ ਦੀ ਜੋ ਡਿਫਰੈਂਟਲੀ ਪੀਐਸਟੈਟ ਦੇ ਲਈ ਜਾਂ ਸੀਟੈਟ ਦੇ ਲਈ ਤੁਹਾਨੂੰ ਪਲੇਲਿਸਟ ਹੈ ਉਹ ਨਜ਼ਰ ਆਏਗੀ ਸਾਡੇ ਚੈਨਲ 'ਤੇ। ਤੁਸੀਂ ਚਾਹੋ ਤਾਂ ਸਾਨੂੰ ਸਬਸਕ੍ਰਾਈਬ ਕਰਕੇ ਜੁਆਇਨ ਕਰਕੇ ਆਪਣੀ ਪ੍ਰੈਪਰੇਸ਼ਨ ਨੂੰ ਕੰਟੀਨਿਊ ਕਰ ਸਕਦੇ ਹੋ। ਅਗਰ ਆਪਾਂ ਗੱਲ ਕਰੀਏ ਪ੍ਰੀਵੀਅਸ ਆਪਾਂ ਕੀ ਡਿਸਕਸ ਕੀਤਾ ਸੀ, ਸਭ ਤੋਂ ਪਹਿਲਾਂ ਤਾਂ ਆਪਾਂ ਦੇਖਿਆ ਸੀ ਕਿ ਕਮਿਊਨੀਕੇਸ਼ਨ ਜੋ ਹੈ ਉਹ ਕੀ ਹੁੰਦੀ ਹੈ। ਬਲੋਕ ਡਾਇਗਰਾਮ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਇੰਪੋਰਟੈਂਟ ਹੈ। ਬਲੋਕ ਡਾਇਗਰਾਮ ਬਾਰੇ ਆਪਾਂ ਡਿਸਕਸ ਕੀਤਾ ਸੀ ਕਿ ਬਲੋਕ ਡਾਇਗਰਾਮ ਦੇ ਵਿੱਚ ਕਿਸ ਤਰੀਕੇ ਨਾਲ ਆਪਾਂ ਉਸ ਨੂੰ ਐਨਕੋਡਿੰਗ ਕੀ ਹੁੰਦੀ ਹੈ, ਡੀਕੋਡਿੰਗ ਕੀ ਹੁੰਦੀ ਹੈ, ਸਾਰਾ ਕੁਛ ਆਪਣਾ ਜੋ ਹੋ ਚੁੱਕਿਆ ਹੈ। ਆਫਟਰ ਦੈਟ ਆਪਾਂ ਨੇ ਕੁਛ ਦੇਖਿਆ ਸੀ ਕਿ ਨੋਇਸ ਅਤੇ ਡਿਸਟੋਰਸ਼ਨ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ। ਟੈਲੀਕਮਿਊਨੀਕੇਸ਼ਨ ਕੀ ਹੁੰਦੀ ਹੈ, ਕਮਿਊਨੀਕੇਸ਼ਨ ਦੀਆਂ ਬਹੁਤ ਡਿਫਰੈਂਟ ਟਾਈਪਸ ਕੀਤੀਆਂ ਸੀ। ਲਾਈਕ ਜੋ ਵਰਬਲ ਕਮਿਊਨੀਕੇਸ਼ਨ ਹੈ ਉਹ ਕਿਹੜੀ ਹੁੰਦੀ ਹੈ, ਇੱਕ ਔਰਲ ਹੁੰਦੀ ਹੈ, ਇੱਕ ਰਿਟਨ ਹੁੰਦੀ ਹੈ। ਠੀਕ ਹੈ, ਓਨਲੀ ਓਵਰਵਿਊ ਲਵਾਂਗੇ ਇਸਦਾ ਕਿਉਂਕਿ ਡਿਸਕਸ਼ਨ ਅਗਰ ਤੁਸੀਂ ਪ੍ਰੋਪਰ ਡਿਟੇਲ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਤੁਹਾਨੂੰ ਪ੍ਰੀਵੀਅਸ ਜੋ ਵੀਡੀਓਜ਼ ਨੇ ਪਹਿਲਾਂ ਉਹਨਾਂ ਨੂੰ ਦੇਖਣਾ ਚਾਹੀਦਾ ਤਾਂ ਕਿ ਤੁਹਾਡੇ ਜੋ ਡਾਊਟਸ ਨੇ ਉਹ ਕਲੀਅਰ ਹੋ ਜਾਣ। ਆਫਟਰ ਦੈਟ ਅਗਰ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਮੈंने ਦੱਸਿਆ ਸੀ ਕਿ ਇਨਫੋਰਮਲ ਅਤੇ ਫੋਰਮਲ ਕਮਿਊਨੀਕੇਸ਼ਨ ਕੀ ਹੁੰਦੀ ਹੈ, ਇੰਟਰਾਪਰਸਨਲ, ਸਿੰਪਲੈਕਸ, ਹਾਫ ਡੁਪਲੈਕਸ, ਫੁੱਲ ਡੁਪਲੈਕਸ, ਇਹ ਸਾਰੀਆਂ ਟਾਈਪਸ ਆਪਾਂ ਕਰ ਚੁੱਕੇ ਹਾਂ। ਇਸ ਤੋਂ ਬਾਅਦ ਆਪਾਂ ਕੀਤਾ ਸੀ ਟੌਪ ਡਾਊਨ ਕਿਹੜੀ ਹੁੰਦੀ ਹੈ, ਬੋਟਮ ਅਪ ਕਿਹੜੀ ਹੁੰਦੀ ਹੈ, ਹੌਰੀਜ਼ੋਨਟਲ ਕਮਿਊਨੀਕੇਸ਼ਨ ਕਿਹੜੀ ਹੁੰਦੀ ਹੈ। ਠੀਕ ਹੈ ਜੀ, ਮਾਸ ਕਮਿਊਨੀਕੇਸ਼ਨ ਵੀ ਇੱਕ ਇੰਪੋਰਟੈਂਟ ਟੌਪਿਕ ਹੈ। ਮਾਸ ਕਮਿਊਨੀਕੇਸ਼ਨ ਦੇ ਵਿੱਚ ਕਿਹੜੀਆਂ ਦੋ ਟਾਈਪਸ ਆਉਂਦੀਆਂ, ਪ੍ਰਿੰਟ ਮੀਡੀਆ ਆਉਂਦਾ ਅਤੇ ਮਲਟੀਮੀਡੀਆ ਆਉਂਦਾ। ਇਹਨੂੰ ਆਪਾਂ ਵਿਦ ਐਗਜ਼ਾਮਪਲਸ ਡਿਸਕਸ ਕਰ ਚੁੱਕੇ ਹਾਂ। ਫਿਰ ਆਪਾਂ ਡਿਸਕਸ ਕੀਤੇ ਸੀ ਬੈਰੀਅਰਸ ਆਫ ਕਮਿਊਨੀਕੇਸ਼ਨ। ਦੇਖੋ ਇੱਕ ਕਮਿਊਨੀਕੇਸ਼ਨ ਨੂੰ ਕਰਦੇ ਹੋਏ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ, ਕਈ ਵਾਰੀ ਕਮਿਊਨੀਕੇਸ਼ਨ ਸਕਸੈਸਫੁਲ ਨਹੀਂ ਵੀ ਹੁੰਦੀ। ਉਹਦੇ ਕੀ ਰੀਜ਼ਨ ਹੋ ਸਕਦੇ ਆ, ਕਿਹੜੇ ਕਾਰਨਾਂ ਕਰਕੇ ਜੋ ਤੁਹਾਡੀ ਕਮਿਊਨੀਕੇਸ਼ਨ ਹੈ ਉਹ ਸਕਸੈਸਫੁਲ ਨਹੀਂ ਹੋ ਪਾਉਂਦੀ। ਠੀਕ ਹੈ, ਉਹ ਸਾਰਾ ਕੁਛ ਆਪਾਂ ਇਹਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਬੈਰੀਅਰਸ ਦਾ ਮਤਲਬ ਹੈ ਕਿ ਪ੍ਰੋਬਲਮਸ ਆਪਾਂ ਕਹੀਏ ਕਿ ਕਿਹੜੇ ਪ੍ਰੋਬਲਮਸ ਕਰਕੇ ਜੋ ਕਮਿਊਨੀਕੇਸ਼ਨ ਹੈ ਉਹ ਸਹੀ ਨਹੀਂ ਹੋ ਪਾਉਂਦੀ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਆਪਾਂ ਅੱਜ ਆਪਾਂ ਕੀ ਡਿਸਕਸ ਕਰਾਂਗੇ, ਅੱਜ ਆਪਾਂ ਡਿਸਕਸ ਕਰਾਂਗੇ 7 C's ਆਫ ਕਮਿਊਨੀਕੇਸ਼ਨ ਕਿ 7 C's ਆਫ ਕਮਿਊਨੀਕੇਸ਼ਨ ਕਿਹੜੇ ਹੁੰਦੇ ਆ। ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਦੱਸਣਾ ਚਾਹਾਂਗੀ ਕਿ 7 C's ਆਫ ਕਮਿਊਨੀਕੇਸ਼ਨ ਹੁੰਦਾ ਕੀ ਹੈ। 7 C's ਆਫ ਕਮਿਊਨੀਕੇਸ਼ਨ, ਦੇਖੋ ਕਮਿਊਨੀਕੇਸ਼ਨ ਨੂੰ ਸਕਸੈਸਫੁਲ ਬਣਾਉਣ ਲਈ ਨਾ 7 ਰੂਲਸ ਬਣਾਏ ਗਏ ਆ ਕਿ ਜੇਕਰ ਤੁਸੀਂ ਇਹਨਾਂ 7 ਰੂਲਸ ਨੂੰ, ਇਹਨਾਂ 7 ਥਿੰਗਸ ਨੂੰ ਤੁਸੀਂ ਪ੍ਰੋਪਰ ਵੇ ਨਾਲ ਫੋਲੋ ਕਰੋਗੇ ਤਾਂ ਤੁਹਾਡੀ ਜੋ ਕਮਿਊਨੀਕੇਸ਼ਨ ਉਹ ਸਕਸੈਸਫੁਲ ਹੋਏਗੀ। ਮਤਲਬ ਇੱਕ ਕਮਿਊਨੀਕੇਸ਼ਨ ਕਰਦੇ ਸਮੇਂ ਕਿਸੇ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਦੇ ਸਮੇਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਤੁਹਾਡਾ ਜੋ ਗੋਲ ਹੈ ਉਹ ਸਕਸੈਸਫੁਲ ਹੋ ਸਕੇ। ਜਿਸ ਗੋਲ ਲਈ ਤੁਸੀਂ ਕਮਿਊਨੀਕੇਸ਼ਨ ਕਰ ਰਹੇ ਹੋ ਉਹ ਸਕਸੈਸ ਹੋ ਸਕੇ, ਇਸ ਚੀਜ਼ ਲਈ ਕੁਝ ਰੂਲਸ ਬਣਾਏ ਗਏ ਨੇ। ਕੁਝ ਅਤੇ ਹਰ ਇੱਕ ਰੂਲ ਜੋ ਹੈ ਉਹ ਕਿਹ ਤੋਂ ਸਟਾਰਟ ਹੁੰਦਾ ਹੈ, ਸੀ ਤੋਂ ਹੀ ਸਟਾਰਟ ਹੁੰਦਾ ਹੈ। ਅਤੇ ਇਸ ਲਈ ਇਸ ਨੂੰ ਕੀ ਕਿਹਾ ਜਾਂਦਾ ਹੈ, 7 C's ਆਫ ਕਮਿਊਨੀਕੇਸ਼ਨ ਕਿਹਾ ਜਾਂਦਾ ਹੈ। ਅਤੇ ਮੈਂ ਇਹ ਚੀਜ਼ ਜ਼ਰੂਰ ਕਹੂੰਗੀ ਕਿ ਜੋ ਟੌਪਿਕ ਹੈ ਇੰਪੋਰਟੈਂਟ ਹੈ, ਇਸ ਨੂੰ ਡਿਟੇਲ ਦੇ ਵਿੱਚ ਕਰਨਾ ਜ਼ਰੂਰੀ ਹੈ। ਇੱਥੋਂ ਕੁਐਸਚਨ ਬਣਦਾ ਹੈ ਅਤੇ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ, ਸਕਿਪ ਕਰਨ ਬਾਰੇ ਸੋਚਿਓ ਵੀ ਨਾ। ਅਤੇ ਇਹਦੀ ਅਗਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਹਮਣੇ 7 C's ਆਫ ਕਮਿਊਨੀਕੇਸ਼ਨ ਦੀ ਮੈਂ ਰੱਖਦੀ ਹਾਂ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਕੀ ਆਉਂਦਾ ਹੈ ਜੀ, ਕੰਪਲੀਟਨੈਸ। ਹੁਣ ਅਗਰ ਆਪਾਂ ਕੰਪਲੀਟਨੈਸ ਦੀ ਗੱਲ ਕਰ ਰਹੇ ਹਾਂ, ਇੱਥੇ ਤੁਹਾਨੂੰ ਦਿੱਤਾ ਹੋਇਆ ਕੰਪਲੀਟ ਇਨਫੋਰਮੇਸ਼ਨ, ਜਿਹਦੇ ਤੋਂ ਤੁਹਾਨੂੰ ਕਲੀਅਰ ਹੋ ਗਿਆ ਕਿ ਕੰਪਲੀਟਨੈਸ ਦਾ ਮਤਲਬ ਕੀ ਹੈ ਕਿ ਤੁਹਾਡੇ ਕੋਲ ਜਿਹੜੀ ਵੀ ਇਨਫੋਰਮੇਸ਼ਨ ਹੈ ਉਹ ਕੰਪਲੀਟ ਹੋਣੀ ਚਾਹੀਦੀ ਹੈ,
ਫੋਰ ਐਗਜ਼ਾਮਪਲਸ ਨਾਲ ਕਰਾਂਗੇ ਤਾਂ ਜ਼ਿਆਦਾ ਚੰਗੇ ਤਰੀਕੇ ਨਾਲ ਕਲੀਅਰ ਹੋਏਗਾ। ਜਦੋਂ ਇੱਕ ਫਸਟ ਪਰਸਨ ਸੈਕਿੰਡ ਪਰਸਨ ਨਾਲ ਗੱਲ ਕਰ ਰਿਹਾ, ਫੋਰ ਐਗਜ਼ਾਮਪਲ ਇਹ ਇਸ ਨੂੰ ਕੋਈ ਇਨਫੋਰਮੇਸ਼ਨ ਦੇ ਰਿਹਾ ਇਸ ਦੇ ਗੋਲ ਦੇ ਰਿਗਾਰਡਿੰਗ, ਜੋ ਕੁਛ ਵੀ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਬਟ ਜੋ ਇਹ ਇਨਫੋਰਮੇਸ਼ਨ ਦੇ ਰਿਹਾ ਉਹ ਇਹਦੇ ਕੋਲ ਖੁਦ ਹੀ ਕੰਪਲੀਟ ਨਹੀਂ ਹੈ, ਇਹਨੂੰ ਖੁਦ ਹੀ ਉਸ ਇਨਫੋਰਮੇਸ਼ਨ ਬਾਰੇ ਪ੍ਰੋਪਰ ਨੌਲੇਜ ਨਹੀਂ ਹੈ, ਤਾਂ ਕੀ ਇਹ ਪ੍ਰੋਪਰ ਵੇ ਨਾਲ ਕਮਿਊਨੀਕੇਸ਼ਨ ਹੋ ਪਾਏਗੀ? ਜਦੋਂ ਇਹਨੂੰ ਖੁਦ ਨੂੰ ਹੀ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈ ਇਹਦੇ ਕੋਲ ਖੁਦ ਕੋਲ, ਫੋਰ ਐਗਜ਼ਾਮਪਲ ਇਹ ਗੇਮਸ ਦੇ ਪ੍ਰਤੀ ਉਸਨੂੰ ਦੱਸ ਰਿਹਾ ਕਿ ਇਸ ਤਰੀਕੇ ਨਾਲ, ਬਟ ਇਹਨੂੰ ਖੁਦ ਨੂੰ ਹੀ ਗੇਮਸ ਦੇ ਪ੍ਰਤੀ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈ। ਇੱਕ ਪਰਟੀਕੂਲਰ ਗੇਮ ਦੀ ਅਗਰ ਇਹ ਗੱਲ ਕਰ ਰਿਹਾ, ਲਾਈਕ ਫੁੱਟਬਾਲ ਦੀ ਗੱਲ ਕਰ ਰਿਹਾ, ਤਾਂ ਇਹਨੂੰ ਖੁਦ ਹੀ ਉਹਦੇ ਰੂਲਸ ਬਾਰੇ, ਇਨਫੋਰਮੇਸ਼ਨ ਬਾਰੇ, ਫਿਊਚਰ ਬਾਰੇ ਨਹੀਂ ਪਤਾ ਕਿ ਇਹਦਾ ਫਿਊਚਰ ਆਪਾਂ ਇਸ ਨੂੰ ਕਿਸ ਤਰੀਕੇ ਨਾਲ ਆਪਣੇ ਲਈ ਉਹ ਕਰ ਸਕਦੇ ਹਾਂ। ਤਾਂ ਮਤਲਬ ਕੋਈ ਵੀ ਆਪਾਂ ਟੌਪਿਕ ਲੈ ਸਕਦੇ ਹਾਂ। ਤਾਂ ਅਗਰ ਖੁਦ ਕੋਲ ਹੀ ਕੰਪਲੀਟ ਇਨਫੋਰਮੇਸ਼ਨ ਨਹੀਂ ਹੈ ਤਾਂ ਤੁਹਾਡਾ ਜੋ ਕਮਿਊਨੀਕੇਸ਼ਨ ਹੈ ਉਹ ਸਕਸੈਸਫੁਲ ਨਹੀਂ ਹੋ ਪਾਏਗਾ। ਕਲੀਅਰ? ਜਦੋਂ ਆਪਾਂ ਕਿਸੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ, ਕਮਿਊਨੀਕੇਸ਼ਨ ਕਰਦੇ ਹਾਂ, ਜਿਹੜੇ ਗੋਲ ਦੇ ਲਈ ਕਰਦੇ ਹਾਂ, ਜਿਹੜੇ ਟੌਪਿਕ ਦੇ ਲਈ ਕਰਦੇ ਹਾਂ, ਉਹ ਜਿਹੜਾ ਟੌਪਿਕ ਦੇ ਪ੍ਰਤੀ ਜੋ ਇਨਫੋਰਮੇਸ਼ਨ ਹੈ ਉਹ ਬਿਲਕੁਲ ਸਹੀ ਅਤੇ ਕੰਪਲੀਟ ਹੋਣੀ ਚਾਹੀਦੀ ਹੈ, ਹਾਫ ਇਨਫੋਰਮੇਸ਼ਨ ਨਹੀਂ ਹੋਣੀ ਚਾਹੀਦੀ। ਜਾਂ ਫਿਰ ਅਗਰ ਆਪਾਂ ਗੱਲ ਕਰੀਏ ਕਮਿਊਨੀਕੇਸ਼ਨ ਕਰਦੇ ਸਮੇਂ ਜੋ ਸਾਨੂੰ ਇਨਫੋਰਮੇਸ਼ਨ ਹੈ ਉਹ ਕੰਪਲੀਟ ਦੇਣੀ ਚਾਹੀਦੀ ਹੈ। ਕੰਪਲੀਟ ਇਨਫੋਰਮੇਸ਼ਨ ਦੇਵਾਂਗੇ ਤਾਂ ਜੋ ਆਪਣੀ ਕਮਿਊਨੀਕੇਸ਼ਨ ਹੈ ਉਹ ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਅੱਗੇ ਵਧੇਗੀ। ਨੈਕਸਟ ਅਗਰ ਆਪਾਂ ਗੱਲ ਕਰੀਏ ਕੌਨਸੀਡਰੇਸ਼ਨ, ਹੁਣ ਦੇਖੋ ਕੌਨਸੀਡਰੇਸ਼ਨ ਦੇ ਵਿੱਚ ਕੀ ਚੀਜ਼ ਹੁੰਦੀ ਹੈ। ਅਗਰ ਇੱਕ ਪਰਸਨ ਹੈ ਜੋ ਕਿ ਇੰਗਲਿਸ਼ ਦੇ ਵਿੱਚ ਗੱਲ ਕਰ ਰਿਹਾ ਹੈ, ਔਰ ਜਿਸ ਪਰਸਨ ਨਾਲ ਉਹ ਗੱਲ ਕਰ ਰਿਹਾ ਹੈ ਉਹ ਪਰਸਨ ਇੰਨਾ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹੈ, ਉਸਦਾ ਜੋ ਐਜੂਕੇਸ਼ਨ ਲੈਵਲ ਹੈ ਉਹ ਥੋੜ੍ਹਾ ਜਿਹਾ ਡਾਊਨ ਹੈ, ਅਗਰ ਆਪਾਂ ਕਹੀਏ ਉਹਨੂੰ ਇੰਗਲਿਸ਼ ਪ੍ਰੋਪਰ ਵੇ ਨਾਲ ਸਮਝ ਨਹੀਂ ਆਉਂਦੀ, ਤਾਂ ਜਦੋਂ ਤੁਸੀਂ ਉਹਦੇ ਨਾਲ ਇੰਗਲਿਸ਼ ਦੇ ਵਿੱਚ ਗੱਲ ਕਰ ਰਹੇ ਹੋ ਤਾਂ ਕੀ ਤੁਹਾਡੀ ਕਮਿਊਨੀਕੇਸ਼ਨ ਸਕਸੈਸਫੁਲ ਹੋ ਪਾਏਗੀ? ਨਹੀਂ ਹੋ ਪਾਏਗੀ। ਕਿਉਂ ਨਹੀਂ ਹੋ ਪਾਏਗੀ? ਕਿਉਂਕਿ ਤੁਸੀਂ ਜਦੋਂ ਕਮਿਊਨੀਕੇਸ਼ਨ ਕਰ ਰਹੇ ਹੋ ਤਾਂ ਤੁਸੀਂ ਐਜੂਕੇਸ਼ਨ ਲੈਵਲ ਨੂੰ ਧਿਆਨ ਵੱਲ ਰੱਖ ਹੀ ਨਹੀਂ ਰਹੇ, ਤੁਸੀਂ ਇਹ ਚੀਜ਼ ਦੇਖ ਹੀ ਨਹੀਂ ਰਹੇ ਕਿ ਸਾਹਮਣੇ ਵਾਲੇ ਪਰਸਨ ਦਾ ਜੋ ਐਜੂਕੇਸ਼ਨ ਲੈਵਲ ਹੈ ਉਹ ਕੀ ਹੈ। ਅਗਰ ਉਸ ਦਾ ਐਜੂਕੇਸ਼ਨ ਲੈਵਲ ਹਾਈ ਹੈ ਤਾਂ ਤੁਸੀਂ ਇੰਗਲਿਸ਼ ਦੇ ਵਿੱਚ ਗੱਲ ਕਰੋ, ਅਗਰ ਉਸ ਦਾ ਐਜੂਕੇਸ਼ਨ ਲੈਵਲ ਤੁਹਾਡੇ ਜਿੰਨਾ ਹਾਈ ਨਹੀਂ ਹੈ ਤਾਂ ਤੁਸੀਂ ਉਸ ਨਾਲ ਪ੍ਰੋਪਰ ਜਿਸ ਲੈਂਗੁਏਜ ਦੇ ਵਿੱਚ ਸਾਹਮਣੇ ਵਾਲਾ ਪਰਸਨ ਕੰਫਰਟੇਬਲ ਹੈ ਉਸ ਲੈਂਗੁਏਜ ਨੂੰ ਯੂਜ਼ ਕਰਕੇ ਤੁਸੀਂ ਉਸ ਨਾਲ ਕਮਿਊਨੀਕੇਸ਼ਨ ਕਰ ਸਕਦੇ ਹੋ। ਠੀਕ ਹੈ, ਮਤਲਬ ਸਾਹਮਣੇ ਵਾਲੇ ਪਰਸਨ ਦਾ ਐਜੂਕੇਸ਼ਨ ਲੈਵਲ ਆਪਾਂ ਨੂੰ ਦੇਖਣਾ ਚਾਹੀਦਾ ਹੈ। ਹੁਣ ਗੱਲ ਆਉਂਦੀ ਹੈ ਇੰਟਰਸਟ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਾਹਮਣੇ ਵਾਲੇ ਪਰਸਨ ਦਾ ਇੰਟਰਸਟ ਦੇਖਣਾ ਚਾਹੀਦਾ ਕਿ ਉਸ ਪਰਸਨ ਦਾ ਇੰਟਰਸਟ ਕਿਸ ਟੌਪਿਕ ਦੇ ਵਿੱਚ ਹੈ। ਅਗਰ ਆਪਾਂ ਗੱਲ ਕਰੀਏ ਜਿਸ ਪਰਸਨ ਨੂੰ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ, ਫੋਰ ਐਗਜ਼ਾਮਪਲ ਤੁਸੀਂ ਐਜੂਕੇਸ਼ਨ ਦੇ ਅਕੋਰਡਿੰਗ ਇਨਫੋਰਮੇਸ਼ਨ ਦੇ ਰਹੇ ਹੋ ਕਿ ਸਟੱਡੀ ਦੇ ਇਹ ਫੀਲਡ ਹਨ, ਆਪਾਂ ਨੂੰ ਇਸ ਫੀਲਡ ਦੇ ਵਿੱਚ ਜਾਣਾ ਚਾਹੀਦਾ ਹੈ, ਫਿਊਚਰ ਲਈ ਅੱਛਾ ਰਹੇਗਾ, ਬਟ ਜੋ ਸਾਹਮਣੇ ਵਾਲਾ ਪਰਸਨ ਹੈ ਇਸ ਦਾ ਇੰਟਰਸਟ ਗੇਮਸ ਦੇ ਵਿੱਚ ਹੈ, ਇਹ ਕ੍ਰਿਕਟ ਦੇ ਵਿੱਚ ਬਹੁਤ ਅੱਛਾ ਹੈ, ਇਸਨੇ ਆਪਣਾ ਫਿਊਚਰ ਕ੍ਰਿਕਟ ਦੇ ਲਈ ਸੋਚਿਆ ਹੋਇਆ ਹੈ, ਤਾਂ ਕੀ ਇਹ ਇਨਫੋਰਮੇਸ਼ਨ ਇਹਦੇ ਲਈ ਯੂਜ਼ਫੁਲ ਹੋਏਗੀ? ਸਾਹਮਣੇ ਵਾਲੇ ਪਰਸਨ ਨੂੰ ਦੇਖ ਕੇ, ਉਸਦਾ ਇੰਟਰਸਟ ਦੇਖ ਕੇ ਸਾਨੂੰ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਉਸ ਟੌਪਿਕ ਦੇ ਵਿੱਚ ਸਾਹਮਣੇ ਵਾਲੇ ਪਰਸਨ ਦਾ ਇੰਟਰਸਟ ਹੈ ਜਾਂ ਨਹੀਂ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਜਿਵੇਂ ਕਿ ਮੈਂ ਹੁਣੀ ਦੱਸਿਆ ਕਿ ਤੁਸੀਂ ਐਜੂਕੇਸ਼ਨ ਦੇ ਨਾਲ ਰਿਲੇਟਡ ਉਸਨੂੰ ਇਨਫੋਰਮੇਸ਼ਨ ਦੇ ਰਹੇ ਹੋ, ਬਟ ਉਹਨੇ ਆਪਣਾ ਫਿਊਚਰ ਗੇਮਸ ਦੇ ਨਾਲ ਸੋਚਿਆ ਹੋਇਆ, ਕ੍ਰਿਕਟ ਦੇ ਨਾਲ ਸੋਚਿਆ ਹੋਇਆ, ਤਾਂ ਉਹਦਾ ਗੋਲ ਕੁਛ ਹੋਰ ਹੈ, ਤੁਸੀਂ ਉਸਨੂੰ ਇਨਫੋਰਮੇਸ਼ਨ ਕੁਛ ਹੋਰ ਦੇ ਰਹੇ ਹੋ। ਤਾਂ ਇਸ ਚੀਜ਼ ਦਾ ਵੀ ਧਿਆਨ ਰੱਖੋ ਸਾਹਮਣੇ ਵਾਲੇ ਪਰਸਨ ਦਾ ਗੋਲ ਕੀ ਹੈ, ਕਿ ਜੋ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਉਸ ਗੋਲ ਨਾਲ ਤੁਹਾਡੀ ਇਨਫੋਰਮੇਸ਼ਨ ਮੈਚ ਕਰਦੀ ਹੈ, ਅਬਿਲਿਟੀ ਕੀ ਹੈ ਉਸਦੀ, ਠੀਕ ਹੈ, ਉਸਦਾ ਬਿਹੇਵੀਅਰ ਕੀ ਹੈ। ਫੋਰ ਐਗਜ਼ਾਮਪਲ ਅਗਰ ਉਸਦਾ ਬਿਹੇਵੀਅਰ ਇਸ ਤਰੀਕੇ ਨਾਲ ਹੈ ਕਿ ਤੁਹਾਨੂੰ ਸਮਝ ਆ ਗਿਆ ਕਿ ਉਹ ਤੁਹਾਡੇ ਟੌਪਿਕ ਦੇ ਵਿੱਚ ਇੰਟਰਸਟਡ ਨਹੀਂ ਹੈ, ਤਾਂ ਤੁਹਾਡਾ ਕਮਿਊਨੀਕੇਸ਼ਨ ਵੀ ਸਕਸੈਸਫੁਲ ਨਹੀਂ ਹੋ ਪਾਏਗਾ। ਉਸਦੇ ਮੂਡ ਦੇ ਉੱਪਰ ਡਿਪੈਂਡ ਕਰਦਾ ਹੈ। ਫੋਰ ਐਗਜ਼ਾਮਪਲ ਮੂਡ ਚੇਂਜ ਹੁੰਦਾ ਰਹਿੰਦਾ ਹੈ ਪਰਸਨ ਦਾ, ਕਦੇ ਪਰਸਨ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ, ਕਦੇ ਕੋਈ ਪਰਸਨ ਬਹੁਤ ਜ਼ਿਆਦਾ ਦੁਖੀ ਵੀ ਹੁੰਦਾ ਹੈ, ਨੋਰਮਲ ਵੀ ਹੁੰਦਾ ਹੈ। ਤਾਂ ਅਗਰ ਕੋਈ ਪਰਸਨ ਜ਼ਿਆਦਾ ਖੁਸ਼ ਹੈ, ਜ਼ਿਆਦਾ ਦੁਖੀ ਹੈ, ਤਾਂ ਉਸ ਟਾਈਮ ਦੇ ਵਿੱਚ ਸ਼ਾਇਦ ਤੁਹਾਡੀ ਕਮਿਊਨੀਕੇਸ਼ਨ ਉਸ ਵੇ ਨਾਲ ਨਹੀਂ ਸੁਣ ਪਾਏਗਾ ਜਿਸ ਵੇ ਨਾਲ ਹੋਣੀ ਚਾਹੀਦੀ ਹੈ। ਠੀਕ ਹੈ, ਉਸਦਾ ਬੈਕਗਰਾਊਂਡ ਥੋੜ੍ਹਾ ਦੇਖਣਾ ਚਾਹੀਦਾ ਹੈ। ਤੁਸੀਂ ਉਸਨੂੰ ਇਨਫੋਰਮੇਸ਼ਨ ਦੇ ਰਹੇ ਹੋ ਉਹਨਾਂ ਫੀਲਡਸ ਬਾਰੇ ਜਿਹਦੇ ਵਿੱਚ ਪੈਸਾ ਬਹੁਤ ਜ਼ਿਆਦਾ ਲੱਗਦਾ ਹੈ, ਬਟ ਉਹਦਾ ਬੈਕਗਰਾਊਂਡ ਜੋ ਹੈ ਇੰਨਾ, ਮਤਲਬ ਆਪਾਂ ਕਹਿ ਸਕਦੇ ਕਿ ਫਾਈਨੈਂਸ਼ੀਅਲੀ ਅੱਛਾ ਨਹੀਂ ਹੈ। ਤਾਂ ਹਰ ਇੱਕ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਜੋ ਕਮਿਊਨੀਕੇਸ਼ਨ ਹੈ ਉਹ ਕਰਨੀ ਚਾਹੀਦੀ ਹੈ ਕਿ ਉਹਦਾ ਬੈਕਗਰਾਊਂਡ ਕਿਸ ਤਰੀਕੇ ਦਾ ਹੋਏਗਾ, ਉਸਦਾ ਮੂਡ ਕਿਸ ਤਰੀਕੇ ਦਾ ਹੋਏਗਾ, ਬਿਹੇਵੀਅਰ, ਐਬਿਲਿਟੀ, ਗੋਲ, ਇੰਟਰਸਟ, ਐਜੂਕੇਸ਼ਨ ਲੈਵਲ। ਅਗਰ ਆਪਾਂ ਗੱਲ ਕਰੀਏ ਐਟੀਟਿਊਡ ਦੀ, ਤਾਂ ਸਾਹਮਣੇ ਵਾਲੇ ਪਰਸਨ ਦਾ ਐਟੀਟਿਊਡ ਦੇਖ ਕੇ ਗੱਲ ਕਰਨਾ ਚਾਹੀਦਾ ਹੈ ਕਿ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਜ਼ਰੂਰੀ ਹੈ। ਠੀਕ ਹੈ, ਅਗਰ ਸਾਹਮਣੇ ਵਾਲਾ ਪਰਸਨ ਉਹੀ ਚੀਜ਼ ਆ ਜਾਂਦੀ ਹੈ ਕਿ ਇੰਟਰਸਟਡ ਹੈ ਤੁਹਾਡੇ ਟੌਪਿਕ ਦੇ ਵਿੱਚ, ਤਾਂ ਬਿਲਕੁਲ ਉਸ ਨਾਲ ਜੋ ਕਮਿਊਨੀਕੇਸ਼ਨ ਹੈ ਉਹ ਸਕਸੈਸਫੁਲ ਹੋ ਸਕਦੀ ਹੈ। ਠੀਕ ਹੈ, ਤਾਂ ਇਹ ਸਾਰੇ ਟੌਪਿਕਸ ਕਿਸ ਵਿੱਚ ਇਨਕਲੂਡਡ ਹੁੰਦੇ ਨੇ ਜੀ? ਕਨਸੀਡਰੇਸ਼ਨ ਦੇ ਵਿੱਚ ਇਨਕਲੂਡਡ ਹੁੰਦੇ ਨੇ। ਨੈਕਸਟ ਅਗਰ ਆਪਾਂ ਗੱਲ ਕਰੀਏ ਥਰਡ ਜੋ ਸੀ ਹੈ ਆਪਣਾ, ਇਹ ਕੀ ਹੈ? ਕਲੈਰਿਟੀ ਹੈ। ਤੁਸੀਂ ਕਿਸੇ ਪਰਸਨ ਨਾਲ ਗੱਲ ਕਰ ਰਹੇ ਹੋ, ਬਟ ਤੁਸੀਂ ਇੰਨੇ ਜ਼ਿਆਦਾ ਡਿਫੀਕਲਟ ਵਰਡ ਯੂਜ਼ ਕਰ ਰਹੇ ਹੋ ਕਿ ਤੁਹਾਡੇ ਤੋਂ ਜੋ ਕਲੈਰਿਟੀ ਆ ਉਹ ਸਹੀ ਤਰੀਕੇ ਨਾਲ ਨਹੀਂ ਨਿਕਲ ਕੇ ਆ ਰਹੀ। ਤੁਸੀਂ ਸੈਕਿੰਡ ਪਰਸਨ ਦੇ ਸਾਹਮਣੇ ਯੂਜ਼ ਆਫ ਜਾਰਗਨ ਦਾ ਯੂਜ਼ ਕਰ ਰਹੇ ਹੋ, ਜਾਰਗਨ ਮਤਲਬ ਮੁਹਾਵਰੇ ਦਾ ਯੂਜ਼ ਕਰ ਰਹੇ ਹੋ। ਠੀਕ ਹੈ, ਹੁਣ ਜੋ ਅਗਰ ਤੁਸੀਂ ਬਹੁਤ ਜ਼ਿਆਦਾ ਡਿਫੀਕਲਟ ਲੈਂਗੁਏਜ ਨੂੰ ਯੂਜ਼ ਕਰੋਗੇ ਸੈਕਿੰਡ ਪਰਸਨ ਦੇ ਕੋਲ,
ਮੁਹਾਵਰਿਆਂ ਦਾ ਯੂਜ਼ ਕਰੋਗੇ, ਜਾਰਗਨਸ ਦਾ ਯੂਜ਼ ਕਰੋਗੇ, ਡਿਫਿਕਲਟ ਵਕੈਬ ਯੂਜ਼ ਕਰੋਗੇ, ਅਲੱਗ-ਅਲੱਗ ਡਿਫਿਕਲਟ ਵਰਡ ਯੂਜ਼ ਕਰੋਗੇ, ਤਾਂ ਇਸ ਪਰਸਨ ਨੂੰ ਓਬਵੀਅਸ ਜੀ ਗੱਲ ਹੈ ਕਿ ਤੁਹਾਡੀ ਕਮਿਊਨੀਕੇਸ਼ਨ, ਤੁਹਾਡੀ ਇਨਫੋਰਮੇਸ਼ਨ ਸਮਝਣ ਦੇ ਵਿੱਚ ਪ੍ਰੋਬਲਮ ਆਏਗੀ ਹੀ ਆਏਗੀ। ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਕਲੈਰਿਟੀ ਹੋਣੀ ਚਾਹੀਦੀ ਹੈ ਤੁਹਾਡੀ ਗੱਲ ਦੇ ਵਿੱਚ। ਕੋਸ਼ਿਸ਼ ਕਰੋ ਕਿ ਜਿੰਨੇ ਸਿੰਪਲ ਵੇ ਨਾਲ ਆਪਣੀ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਸਕੋ, ਓਨਾ ਹੀ ਸਿੰਪਲ ਉਸ ਨੂੰ ਰੱਖਣ ਦੀ ਕੋਸ਼ਿਸ਼ ਕਰੋ। ਬਾਕੀ ਜਿਵੇਂ ਕਿ ਆਪਾਂ ਪ੍ਰੀਵੀਅਸ ਸੀ ਦੇ ਵਿੱਚ ਕਰਕੇ ਆਏ ਹਾਂ ਕਿ ਡਿਪੈਂਡ ਕਰਦਾ ਹੈ ਸਾਹਮਣੇ ਵਾਲੇ ਪਰਸਨ ਦੇ ਐਜੂਕੇਸ਼ਨ ਲੈਵਲ 'ਤੇ, ਸਾਹਮਣੇ ਵਾਲੇ ਪਰਸਨ ਦੇ ਇੰਟਰਸਟ 'ਤੇ। ਕਲੀਅਰ। ਅੱਗੇ ਆਪਾਂ ਇੱਥੇ ਲਿਖਿਆ ਹੋਇਆ ਪਿਚ ਅਤੇ ਟੋਨ। ਪਿਚ ਅਤੇ ਟੋਨ ਦਾ ਬਿਲਕੁਲ ਖਾਸ ਧਿਆਨ ਰੱਖਣਾ ਹੈ। ਜਿਵੇਂ ਕਿ ਆਪਾਂ ਗੱਲ ਕਰਦੇ ਸਮੇਂ ਕਿਸ ਤਰੀਕੇ ਨਾਲ ਆਪਣੀ ਪਿਚ ਨੂੰ ਹਾਈ ਕਰਨਾ ਹੈ, ਜਾਂ ਫਿਰ ਕਿੱਥੇ ਆਪਣੀ ਪਿਚ ਨੂੰ, ਪਿਚ ਅਤੇ ਟੋਨ ਦਾ ਮਤਲਬ ਇਹ ਹੋ ਗਿਆ ਜਿਵੇਂ ਕਿ ਆਪਾਂ ਥੈਂਕ ਯੂ ਬੋਲਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਜਦੋਂ ਆਪਾਂ ਥੈਂਕ ਯੂ ਬੋਲਦੇ ਹਾਂ, ਅਤੇ ਜਦੋਂ ਆਪਾਂ ਮੈਂ ਕਿੱਦਾਂ ਬੋਲਾਂਗੀ ਹੁਣ ਥੈਂਕ ਯੂ, ਅਤੇ ਇਹਦੇ ਵਿੱਚ ਜੋ ਮੇਰੀ ਪਿਚ ਹੈ, ਥੈਂਕ ਦੇ ਟਾਈਮ 'ਤੇ ਮੇਰੀ ਆਵਾਜ਼ ਉੱਚੀ ਹੈ, ਬਟ ਯੂ ਦੇ ਟਾਈਮ 'ਤੇ ਉਹ ਆਵਾਜ਼ ਕੀ ਹੋ ਜਾਂਦੀ ਹੈ, ਹੌਲੀ ਹੋ ਜਾਂਦੀ ਹੈ। ਤਾਂ ਇਹ ਚੀਜ਼ ਜੋ ਹੈ ਇਹ ਪਿਚ ਹੈ, ਇੱਥੇ ਮੇਰੀ ਪਿਚ ਡਾਊਨ ਜਾ ਰਹੀ ਹੈ। ਠੀਕ ਹੈ, ਮੈਨੂੰ ਪਿਚ ਦਾ, ਟੋਨ ਦਾ ਪ੍ਰੋਪਰ ਧਿਆਨ ਰੱਖਣਾ ਚਾਹੀਦਾ ਹੈ। ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਇੱਕ ਕਲੀਅਰ ਜੀ, ਸਿੰਪਲ ਜੀ ਇਨਫੋਰਮੇਸ਼ਨ ਹੈ ਜੋ ਆਪਣੀ ਕਮਿਊਨੀਕੇਸ਼ਨ ਕਰਦੇ ਸਮੇਂ ਦੇਣੀ ਚਾਹੀਦੀ ਹੈ। ਅੱਗੇ ਅਗਰ ਤੁਹਾਡੇ ਸਾਹਮਣੇ ਪੁਆਇੰਟ ਹੈ ਉਹ ਕੀ ਹੈ, ਕੌਨਕਰੀਟਨੈਸ। ਕੌਨਕਰੀਟਨੈਸ ਕੀ ਹੁੰਦਾ ਹੈ, ਫੈਕਟਸ ਅਤੇ ਫਿਗਰ ਦੀ ਗੱਲ ਕਰਨਾ। ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਫੈਕਟਸ ਅਤੇ ਫਿਗਰ ਦੇ ਬਾਰੇ ਗੱਲ ਕਰੋ। ਜਿਵੇਂ ਇੱਕ ਸਹੀ ਕਲੀਅਰ ਜੀ ਇਨਫੋਰਮੇਸ਼ਨ ਦਿਓ ਕਿ ਮੈਂ ਇਸ ਡੇਟ ਦੀ ਗੱਲ ਕਰ ਰਿਹਾ ਹਾਂ, ਇਸ ਡੇਟ ਦੇ ਵਿੱਚ ਇੰਨੇ ਪਰਸਨ ਸੀ, ਇੰਨੇ ਮੇਲ ਸੀ, ਇੰਨੇ ਫੀਮੇਲ ਸੀ। ਜਿਵੇਂ ਕਿ ਫੋਰ ਐਗਜ਼ਾਮਪਲ 16 ਦਸੰਬਰ ਦੀ ਮੈਂ ਗੱਲ ਕਰ ਰਿਹਾ, ਜਿਹਦੇ ਵਿੱਚ 25 ਮੇਲ ਸੀ, 15 ਫੀਮੇਲ ਸੀ। ਠੀਕ ਹੈ, ਮਤਲਬ ਜੋ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਹੈ, ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਅੰਕੜਿਆਂ ਦੇ ਵਿੱਚ ਰਿਪਰੈਜ਼ੈਂਟ ਕਰਨ ਦੀ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਫੈਕਟਸ ਅਤੇ ਫਿਗਰ ਨੂੰ ਯੂਜ਼ ਕਰਨ ਦੇ ਨਾਲ ਕੀ ਹੁੰਦਾ ਹੈ, ਇਨਫੋਰਮੇਸ਼ਨ ਸ਼ੋਰਟ ਵੀ ਹੋ ਜਾਂਦੀ ਹੈ, ਮਤਲਬ ਪੁਆਇੰਟ ਟੂ ਪੁਆਇੰਟ ਵੀ ਹੋ ਜਾਂਦੀ ਹੈ, ਔਰ ਬਿਲਕੁਲ ਕਰੈਕਟ ਵੀ ਹੁੰਦੀ ਹੈ। ਠੀਕ ਹੈ, ਅਤੇ ਈਜ਼ੀਲੀ ਇਸਨੂੰ ਸਮਝਿਆ ਵੀ ਜਾ ਸਕਦਾ ਹੈ। ਅੱਗੇ ਆ ਜਾਂਦਾ ਕੁਇਟਿਸ। ਇਹਦੇ ਵਿੱਚ ਕੀ ਚੀਜ਼ ਹੈ, ਦੇਖੋ ਇਹਦੇ ਵਿੱਚ ਤੁਹਾਡੇ ਸਾਹਮਣੇ ਹੈਗੇ 3 ਪੁਆਇੰਟਸ ਨਜ਼ਰ ਆ ਰਹੇ ਨੇ ਤੁਹਾਨੂੰ। ਬਿਲਕੁਲ ਇਹ ਤਾਂ ਕਲੀਅਰ ਜੀ ਹੈ, ਤੁਹਾਨੂੰ ਪੁਆਇੰਟਸ ਪੜ੍ਹ ਕੇ ਕਲੀਅਰ ਹੋ ਗਿਆ ਹੋਏਗਾ ਕਿ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਸਾਹਮਣੇ ਵਾਲੇ ਦੀ ਫੀਲਿੰਗ ਨੂੰ ਧਿਆਨ ਵਿੱਚ ਰੱਖ ਕੇ, ਸਾਹਮਣੇ ਵਾਲੇ ਦੇ ਰਿਸਪੈਕਟ ਨੂੰ ਧਿਆਨ ਵਿੱਚ ਰੱਖ ਕੇ, ਇਮੋਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਗੱਲ ਕਰਨੀ ਚਾਹੀਦੀ ਹੈ। ਕਈ ਵਾਰ ਇੱਦਾਂ ਦਾ ਹੁੰਦਾ ਕਿ ਆਪਣੇ ਕੁਛ ਆਪਾਂ ਇੱਦਾਂ ਦੀ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਜੋ ਸ਼ਾਇਦ ਸਾਹਮਣੇ ਵਾਲੇ ਨੂੰ ਪਸੰਦ ਨਾ ਆਵੇ, ਜਾਂ ਹਰਟ ਹੋ ਜਾਵੇ, ਜਾਂ ਬੁਰਾ ਲੱਗ ਜਾਵੇ, ਤਾਂ ਉੱਥੇ ਤੁਹਾਡੀ ਕਮਿਊਨੀਕੇਸ਼ਨ ਉੱਥੇ ਹੀ ਖਤਮ ਹੋ ਜਾਂਦੀ ਹੈ ਜਾਂ ਅਨਸਕਸੈਸਫੁਲ ਹੋ ਜਾਂਦੀ ਹੈ। ਤਾਂ ਬਿਲਕੁਲ ਸਾਹਮਣੇ ਵਾਲੇ ਪਰਸਨ ਦੀ ਫੀਲਿੰਗਸ ਨੂੰ, ਰਿਸਪੈਕਟ ਨੂੰ, ਇਮੋਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਹੀ ਗੱਲ ਕਰਨੀ ਚਾਹੀਦੀ ਹੈ। ਠੀਕ ਹੈ ਜੀ। ਅੱਗੇ ਅਗਰ ਆਪਾਂ ਗੱਲ ਕਰੀਏ ਕੌਨਸ਼ੀਅਸਨੈਸ ਦੇ ਵਿੱਚ ਕੀ ਹੁੰਦਾ, ਸ਼ੋਰਟ ਦੇਖੋ ਇਨਫੋਰਮੇਸ਼ਨ ਹੁਣੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਉੱਪਰ ਕਿ ਫੈਕਟਸ ਅਤੇ ਫਿਗਰ ਦੀ ਗੱਲ ਕਰਨੀ ਚਾਹੀਦੀ ਹੈ। ਤਾਂ ਬਿਲਕੁਲ ਜੋ ਇਨਫੋਰਮੇਸ਼ਨ ਉਹ ਸ਼ੋਰਟ ਹੋਣੀ ਚਾਹੀਦੀ ਹੈ, ਜ਼ਿਆਦਾ ਵਧਾ ਚੜ੍ਹਾ ਕੇ ਇੱਦਾਂ ਨਹੀਂ ਕਿ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਅਤੇ ਇੱਕੋ ਹੀ ਗੱਲ ਨੂੰ ਬਹੁਤ ਵਾਰ ਰਿਪੀਟ ਕਰ ਰਹੇ ਹੋ, ਜਿਹਦੇ ਕਰਕੇ ਤੁਹਾਡੀ ਇਨਫੋਰਮੇਸ਼ਨ 1 ਤੋਂ 2 ਘੰਟਿਆਂ ਦੇ ਵਿੱਚ ਜਾਂ 3 ਤੋਂ 4 ਘੰਟੇ ਜਿੰਨੀ ਲੰਬੀ ਹੋ ਜਾਂਦੀ ਹੈ। ਤਾਂ ਇੱਥੇ ਤੁਹਾਡਾ ਜੋ ਜ਼ਿਆਦਾ ਤੋਂ ਜ਼ਿਆਦਾ ਚਾਂਸਿਸ ਇਹ ਰਹਿਣਗੇ ਕਿ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਹੈ ਸਕਸੈਸਫੁਲ ਨਹੀਂ ਹੋਏਗੀ। ਅਤੇ ਇੱਥੇ ਕੋਸ਼ਿਸ਼ ਕਰੋ ਜਿੰਨੀ ਤੋਂ ਜਿੰਨੀ ਹੋ ਸਕੇ ਤੁਹਾਡੀ ਜੋ ਇਨਫੋਰਮੇਸ਼ਨ ਹੈ ਉਹ ਸ਼ੋਰਟ ਹੋਵੇ, ਨੋਨ ਰਿਪੀਟਿਵ ਹੋਵੇ, ਵਾਰ-ਵਾਰ ਉਸਨੂੰ ਰਿਪੀਟ ਕਰਨ ਦੀ ਕੋਸ਼ਿਸ਼ ਨਾ ਕਰੋ। ਠੀਕ ਹੈ, ਕਿਉਂਕਿ ਜ਼ਿਆਦਾ ਰਿਪੀਟੇਸ਼ਨ ਹੁੰਦੀ ਹੈ ਤਾਂ ਉੱਥੇ ਜੋ ਤੁਹਾਡਾ ਇੰਪ੍ਰੈਸ਼ਨ ਹੈ ਉਹ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਹੈ। ਟਾਈਮ ਸੇਵਿੰਗ ਹੋਣੀ ਚਾਹੀਦੀ ਹੈ। ਜਿਵੇਂ ਕਿ ਮੈਂ ਹੁਣੀ ਦੱਸਿਆ ਕਿ ਤੁਸੀਂ ਇੱਕੋ ਹੀ ਚੀਜ਼ ਨੂੰ ਵਾਰ-ਵਾਰ ਰਿਪੀਟ ਕਰੀ ਜਾਓਗੇ ਤਾਂ ਉੱਥੇ ਤੁਹਾਡੀ ਜੋ ਇਨਫੋਰਮੇਸ਼ਨ ਹੈ 3 ਤੋਂ 4 ਤੋਂ 5 ਘੰਟੇ ਦੇ ਵਿੱਚ ਚਲੀ ਜਾਏਗੀ। ਹੁਣ ਜਿਵੇਂ ਕਿ ਅਗਰ ਆਪਾਂ ਆਪਣੇ ਬਾਰੇ ਹੀ ਸੋਚੀਏ ਕਿ ਅਗਰ ਤੁਹਾਨੂੰ ਕੋਈ ਕਹੇ ਕਿ 5 ਘੰਟੇ ਲਗਾਤਾਰ ਬੈਠ ਕੇ ਲੈਕਚਰ ਸੁਣੋ ਜੀ, 5 ਘੰਟੇ ਲਗਾਤਾਰ ਬੈਠ ਕੇ ਸਟੱਡੀ, ਤੁਹਾਨੂੰ ਸਮਝ ਆ ਰਿਹਾ, ਹੋ ਸਕਦਾ ਹੈ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆ ਰਿਹਾ ਸਾਰਾ ਕੁਛ, ਬਟ ਕੀ ਤੁਸੀਂ ਲਗਾਤਾਰ 5 ਘੰਟੇ ਬੈਠ ਕੇ ਇੱਕੋ ਹੀ ਸਬਜੈਕਟ ਨੂੰ ਲਗਾਤਾਰ ਸਮਝ ਸਕਦੇ ਹੋ? ਪੋਸੀਬਲ ਨਹੀਂ ਹੈ। 2 ਘੰਟੇ ਬਾਅਦ ਅਤੇ 3 ਘੰਟੇ ਬਾਅਦ ਤੁਹਾਨੂੰ ਐਵੇਂ ਹੋ ਜਾਏਗਾ ਕਿ ਬਸ ਜੀ ਹੁਣ ਅਸੀਂ ਹੋਰ ਨਹੀਂ ਕਰ ਸਕਦੇ। ਮਤਲਬ ਟਾਈਮ ਸੇਵਿੰਗ ਹੋਣੀ ਚਾਹੀਦੀ ਹੈ, ਐਨਰਜੀ ਸੇਵਿੰਗ ਹੋਣੀ ਚਾਹੀਦੀ ਹੈ। ਇਹ ਗੱਲਾਂ ਆਪਾਂ ਬੈਰੀਅਰਸ ਦੇ ਵਿੱਚ ਵੀ ਡਿਸਕਸ ਕਰ ਚੁੱਕੇ ਹਾਂ। ਠੀਕ ਹੈ, ਮਤਲਬ ਜ਼ਿਆਦਾ ਟਾਈਮ ਨਹੀਂ ਵੇਸਟ ਹੋਣਾ ਚਾਹੀਦਾ ਇਨਫੋਰਮੇਸ਼ਨ ਦੇ ਵਿੱਚ, ਜ਼ਿਆਦਾ ਐਨਰਜੀ ਵੀ ਨਹੀਂ ਵੇਸਟ ਹੋਣੀ ਚਾਹੀਦੀ। ਤਾਂ ਬਿਲਕੁਲ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਨੈਕਸਟ ਜੋ ਇਨਫੋਰਮੇਸ਼ਨ ਹੈ ਉਹ ਹੈ ਕਰੈਕਟਨੈਸ ਹੋਣੀ ਚਾਹੀਦੀ ਹੈ, ਟਰੁੱਥ ਹੋਣਾ ਚਾਹੀਦਾ ਹੈ, ਹਿਡਨ ਮੈਸੇਜ ਨਹੀਂ ਉਹਦੇ ਵਿੱਚ ਕੋਈ ਹੋਣਾ ਚਾਹੀਦਾ। ਟਰੁੱਥ ਤੋਂ ਮੇਰਾ ਮਤਲਬ ਕੀ ਹੈ, ਬਿਲਕੁਲ ਸਹੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਇੱਦਾਂ ਨਹੀਂ ਹੋਣਾ ਚਾਹੀਦਾ ਕਿ ਜੋ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਉਹ ਗਲਤ ਹੈ। ਤਾਂ ਹੋ ਸਕਦਾ ਹੈ ਅਗਰ ਤੁਹਾਨੂੰ ਫੋਰ ਐਗਜ਼ਾਮਪਲ ਅਗਰ ਤੁਸੀਂ ਇੱਕ ਪਰਸਨ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ ਜੋ ਕਿ ਗਲਤ ਹੈ, ਟਰੁੱਥ ਨਹੀਂ ਹੈ, ਠੀਕ ਹੈ, ਤਾਂ ਇੱਕ ਵਾਰੀ ਤਾਂ ਉਹ ਤੁਹਾਡੀ ਗੱਲ ਨੂੰ ਸੁਣੇਗਾ। ਜਦੋਂ ਉਸਨੂੰ ਪਤਾ ਲੱਗੇਗਾ ਕਿ ਤੁਹਾਡੇ ਵੱਲੋਂ ਦਿੱਤੀ ਗਈ ਇਨਫੋਰਮੇਸ਼ਨ ਗਲਤ ਸੀ ਤਾਂ ਅਗਲੇ ਟਾਈਮ ਉਹ ਤੁਹਾਡੇ ਨਾਲ ਕਮਿਊਨੀਕੇਸ਼ਨ ਕਰਨ ਦੇ ਵਿੱਚ ਕੋਈ ਵੀ ਇੰਟਰਸਟ ਨਹੀਂ ਰੱਖੇਗਾ। ਤਾਂ ਇਹ ਕਾਮਨ ਜਿਹੀਆਂ ਗੱਲਾਂ ਨੇ, ਸਾਨੂੰ ਜੋ ਵੀ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ, ਜੋ ਵੀ ਅਸੀਂ ਵਿਊਜ਼ ਆਪਣੇ ਸ਼ੇਅਰ ਕਰ ਰਹੇ ਹੋ ਟਰੁੱਥ ਹੋਣੇ ਚਾਹੀਦੇ ਨੇ, ਮਤਲਬ ਸਹੀ ਹੋਣੇ ਚਾਹੀਦੇ ਨੇ, ਸੱਚੇ ਹੋਣੇ ਚਾਹੀਦੇ ਨੇ। ਕੋਈ ਵੀ ਉਹਦੇ ਵਿੱਚ ਹਿਡਨ ਮੈਸੇਜ ਨਹੀਂ ਹੋਣਾ ਚਾਹੀਦਾ। ਇਸ ਤਰੀਕੇ ਨਾਲ ਘੁਮਾ ਫਿਰਾ ਕੇ ਗੱਲ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਜਿਵੇਂ ਕਿ ਆਪਾਂ ਮੁਹਾਵਰੇ ਯੂਜ਼ ਕਰ ਲੈਂਦੇ ਹਾਂ। ਮੁਹਾਵਰੇ ਹੁਣ ਹਰ ਇੱਕ ਨੂੰ ਸਮਝ ਨਹੀਂ ਆਉਂਦੇ, ਜਾਰਗਨਸ ਹਰ ਇੱਕ ਨੂੰ ਈਜ਼ੀਲੀ
ਸਮਝ ਨਹੀਂ ਆਉਂਦੇ। ਹੁਣ ਤੁਸੀਂ ਅਗਰ ਕਿਸੇ ਪਰਸਨ ਨਾਲ ਗੱਲ ਕਰ ਰਹੇ ਹੋ, ਤੁਸੀਂ ਇੰਨੀ ਘੁਮਾ ਫਿਰਾ ਕੇ ਗੱਲ ਕਰ ਰਹੇ ਹੋ ਕਿ ਉਹਦੇ ਵਿੱਚ ਹਿਡਨ ਮੈਸੇਜ ਹੈ ਔਰ ਇਸ ਪਰਸਨ ਨੂੰ ਸਮਝ ਹੀ ਨਹੀਂ ਆਇਆ ਕਿ ਤੁਸੀਂ ਉਸ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ, ਤਾਂ ਕਿ ਤੁਹਾਡੀ ਕਮਿਊਨੀਕੇਸ਼ਨ ਦਾ ਕੋਈ ਸਕਸੈਸਫੁਲ ਮੀਨਿੰਗ ਰਿਹਾ ਨਹੀਂ ਰਿਹਾ। ਮਤਲਬ ਇਸ ਤਰੀਕੇ ਨਾਲ ਗੱਲ ਕਰੋ ਜੋ ਤੁਹਾਡਾ ਮੈਸੇਜ ਉਹ ਕਲੀਅਰਲੀ ਨਿਕਲ ਕੇ ਆਵੇ ਕਿ ਹਾਂਜੀ ਮੈਂ ਤੁਹਾਨੂੰ ਇਹ ਚੀਜ਼ ਸਮਝਾਉਣਾ ਚਾਹੁੰਦਾ ਹਾਂ, ਇਹ ਇਨਫੋਰਮੇਸ਼ਨ ਮੇਰੇ ਕੋਲ ਹੈ, ਇਹ ਮੇਰਾ ਮੈਸੇਜ ਹੈ। ਬਟ ਜੇਕਰ ਤੁਸੀਂ ਹਿਡਨ ਮੈਸੇਜ ਰੱਖੋਗੇ ਤਾਂ ਹੋ ਸਕਦਾ ਹੈ ਸਾਹਮਣੇ ਵਾਲੇ ਨੂੰ ਤੁਹਾਡਾ ਮੈਸੇਜ ਹੀ ਨਾ ਸਮਝ ਆਵੇ, ਤਾਂ ਉੱਥੇ ਤੁਹਾਡੀ ਕਮਿਊਨੀਕੇਸ਼ਨ ਕੀ ਹੋ ਜਾਂਦੀ ਹੈ, ਅਨਸਕਸੈਸਫੁਲ ਹੋ ਜਾਂਦੀ ਹੈ। ਅਤੇ ਇਸ ਤਰੀਕੇ ਨਾਲ ਕੁਝ 7 ਰੂਲਸ ਨੇ, 7 C's ਨੇ। ਇਹਨਾਂ 7 C's ਨੂੰ ਧਿਆਨ ਵਿੱਚ ਰੱਖ ਕੇ ਅਗਰ ਕਮਿਊਨੀਕੇਸ਼ਨ ਕੀਤੀ ਜਾਂਦੀ ਹੈ ਤਾਂ ਕਮਿਊਨੀਕੇਸ਼ਨ ਨੂੰ ਸਕਸੈਸਫੁਲ ਮੰਨਿਆ ਜਾਂਦਾ ਹੈ। ਤਾਂ ਇਹ 7 C ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ ਕਿ ਬਹੁਤ ਇੰਪੋਰਟੈਂਟ ਨੇ ਅਤੇ ਇਹਨਾਂ ਨੂੰ ਡਿਟੇਲ ਦੇ ਵਿੱਚ ਕਰਨਾ ਵੀ ਜ਼ਰੂਰੀ ਹੈ। ਠੀਕ ਹੈ ਜੀ। ਅੱਗੇ ਅਗਰ ਆਪਾਂ ਗੱਲ ਕਰੀਏ ਕਰੈਕਟਰਿਸਟਿਕਸ ਆਫ ਕਮਿਊਨੀਕੇਸ਼ਨ, ਹੁਣ ਕਮਿਊਨੀਕੇਸ਼ਨ ਦੀਆਂ ਕਿਹੜੇ ਕਰੈਕਟਰਿਸਟਿਕਸ ਹੁੰਦੀਆਂ ਨੇ, ਇੰਪੋਰਟੈਂਟ ਕੁਐਸਚਨ ਹੈ ਇਹ ਵੀ। ਠੀਕ ਹੈ, ਜ਼ਿਆਦਾ ਲੈਂਥੀ ਨਹੀਂ ਹੈ, ਹੁਣ ਹੀ ਇਸ ਨੂੰ ਕਵਰ ਕੀਤਾ ਜਾ ਸਕਦਾ ਹੈ। ਜਿਵੇਂ ਕਿ ਤੁਹਾਡੇ ਸਾਹਮਣੇ ਹੈ, ਇਹ ਕੀ ਹੈ, 2 ਵੇ ਪ੍ਰੋਸੈਸ ਹੁੰਦਾ, ਇੱਕ ਸੈਂਡਰ ਦੇ ਵਿੱਚ ਅਤੇ ਇੱਕ ਰਿਸੀਵਰ ਦੇ ਵਿੱਚ। ਬਿਲਕੁਲ ਬੇਸਿਕ ਜੀ ਗੱਲ ਹੈ। ਹੁਣ ਕਮਿਊਨੀਕੇਸ਼ਨ ਹੋ ਰਹੀ ਹੈ, ਸੈਂਡਰ ਕੀ ਕਰੇਗਾ, ਆਪਣੀ ਇਨਫੋਰਮੇਸ਼ਨ ਨੂੰ ਸੈਂਡ ਕਰੇਗਾ, ਰਿਸੀਵਰ ਉਸ ਨੂੰ ਰਿਸੀਵ ਕਰਕੇ ਫੀਡਬੈਕ ਦੇਗਾ। ਠੀਕ ਹੈ, ਇਹੀ ਹੁੰਦਾ ਨਾ, ਆਪਾਂ ਬਲੌਗ ਡਾਇਗਰਾਮ ਦੇ ਵਿੱਚ ਵੀ ਪੂਰਾ ਡਿਟੇਲ ਦੇ ਵਿੱਚ ਸਟੱਡੀ ਕੀਤਾ। ਤਾਂ ਬਿਲਕੁਲ ਜੋ ਕਮਿਊਨੀਕੇਸ਼ਨ ਹੁੰਦੀ ਹੈ ਉਹ 2 ਵੇ ਪ੍ਰੋਸੈਸ ਹੁੰਦੀ ਹੈ। 2 ਵੇ ਪ੍ਰੋਸੈਸ ਮਤਲਬ 2 ਜਣਿਆਂ ਦੇ ਵਿੱਚ ਹੁੰਦੀ ਹੈ, 2 ਜਗ੍ਹਾ ਤੋਂ ਜੋ ਕਮਿਊਨੀਕੇਸ਼ਨ ਹੈ ਉਹ ਕੀਤੀ ਜਾਂਦੀ ਹੈ। ਸੈਂਡਰ ਆਪਣੀ ਇਨਫੋਰਮੇਸ਼ਨ ਨੂੰ ਸੈਂਡ ਕਰਦਾ ਅਤੇ ਰਿਸੀਵਰ ਉਸ ਨੂੰ ਰਿਸੀਵ ਕਰਦਾ ਅਤੇ ਫੀਡਬੈਕ ਵੀ ਦਿੰਦਾ ਅਗਰ ਦੇ ਸਕਦਾ ਤਾਂ। ਜਿਵੇਂ ਅਗਰ ਆਪਾਂ ਮਾਸ ਕਮਿਊਨੀਕੇਸ਼ਨ ਦੀ ਗੱਲ ਕਰੀਏ, ਪ੍ਰਿੰਟ ਮੀਡੀਆ ਦੀ ਗੱਲ ਕਰੀਏ, ਮਲਟੀਮੀਡੀਆ ਦੀ ਗੱਲ ਕਰੀਏ, ਉੱਥੇ ਫੀਡਬੈਕ ਪੋਸੀਬਲ ਨਹੀਂ ਹੈ, ਬਟ ਉਹ ਹੁੰਦੀ ਫਿਰ ਵੀ ਸੈਂਡਰ ਅਤੇ ਰਿਸੀਵਰ ਦੇ ਵਿੱਚ ਹੀ ਹੈ। ਠੀਕ ਹੈ, ਤਾਂ 2 ਵੇ ਪ੍ਰੋਸੈਸ ਹੁੰਦੇ ਹੈ ਇਹ। ਡਾਇਨਾਮਿਕ ਹੁੰਦਾ ਹੈ, ਡਾਇਨਾਮਿਕ ਤੋਂ ਮਤਲਬ ਇਸ ਨੂੰ ਈਜ਼ੀਲੀ ਚੇਂਜ ਕੀਤਾ ਜਾ ਸਕਦਾ ਹੈ, ਪਰਿਵਰਤਨਸ਼ੀਲ ਹੁੰਦਾ ਹੈ। ਡਾਇਨਾਮਿਕ ਦਾ ਮਤਲਬ ਅਗਰ ਆਪਾਂ ਪਿਓਰ ਪੰਜਾਬੀ ਦੇ ਵਿੱਚ ਦੇਖੀਏ ਤਾਂ ਪਰਿਵਰਤਨਸ਼ੀਲ ਹੁੰਦਾ ਹੈ। ਪਰਿਵਰਤਨਸ਼ੀਲ ਮਤਲਬ ਇਸ ਨੂੰ ਈਜ਼ੀਲੀ ਚੇਂਜ ਹੁੰਦੇ ਰਹਿੰਦੇ ਹੈ। ਠੀਕ ਹੈ। ਮੋਡੀਫਾਈਏਬਲ ਹੁੰਦੀ ਹੈ, ਮੋਡੀਫਾਈਏਬਲ ਮਤਲਬ ਇਸ ਨੂੰ ਮੋਡੀਫਾਈ ਕੀਤਾ ਜਾ ਸਕਦਾ ਹੈ ਅਕੋਰਡਿੰਗ ਟੂ ਸਿਚੁਏਸ਼ਨ। ਠੀਕ ਹੈ ਜੀ। ਐਕਸਟੈਂਡ ਇਸ ਨੂੰ ਵਧਾ ਚੜਾ ਕੇ ਵੀ, ਜਿਵੇਂ ਕਿ ਆਪਾਂ ਹੁਣੇ ਕਹਿ ਰਿਹਾ ਸੀ ਕਿ ਜਿੰਨੀ ਹੋ ਸਕੇ ਆਪਾਂ ਇਸ ਨੂੰ ਐਕਸਟੈਂਡ ਕਰ ਸਕਦੇ ਹਾਂ, ਇੱਕ ਟੌਪਿਕ ਨੂੰ ਜਿੰਨਾ ਮਰਜ਼ੀ ਐਕਸਟੈਂਡ ਕੀਤਾ ਜਾ ਸਕਦਾ ਵਧਾ ਚੜਾ ਕੇ। ਠੀਕ ਹੈ, ਉਹ ਚੀਜ਼ਾਂ। ਤਾਂ ਬਿਲਕੁਲ ਉਸ ਤੋਂ ਬਾਅਦ ਗੋਲ ਓਰੀਐਂਟਡ ਹੁੰਦੀ ਹੈ। ਗੋਲ, ਕੋਈ ਵੀ ਕਮਿਊਨੀਕੇਸ਼ਨ ਜੋ ਹੁੰਦੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਗੋਲ ਹੁੰਦਾ ਹੈ ਕਿ ਹਾਂਜੀ ਮੇਰਾ ਇਹ ਗੋਲ ਹੈ, ਇਸ ਚੀਜ਼ ਨੂੰ ਲੈ ਕੇ ਮੈਂ ਆਪਣੀ ਕਮਿਊਨੀਕੇਸ਼ਨ ਕਰ ਰਿਹਾ ਅਤੇ ਮੈਂ ਇਸ ਗੋਲ ਨੂੰ ਅਚੀਵ ਕਰਨਾ ਚਾਹੁੰਦਾ, ਇਸ ਲਈ ਮੇਰੀ ਇਹ ਕਮਿਊਨੀਕੇਸ਼ਨ ਮਤਲਬ ਹਰ ਇੱਕ, ਜਿਵੇਂ ਕਿ ਆਪਾਂ ਸੋਸ਼ਲ ਸਰਵਿਸ ਦੀ ਗੱਲ ਕਰਦੇ ਹਾਂ, ਸੋਸ਼ਲ ਸਰਵਿਸ ਦੇ ਵਿੱਚ ਅਗਰ ਤੁਹਾਨੂੰ ਅਗਰ ਇੱਕ ਨੇਤਾ ਆਪਣੀ ਸਪੀਚ ਦੇ ਰਿਹਾ ਹੈ ਤਾਂ ਉਸਦਾ ਕੀ ਗੋਲ ਹੈ, ਲੋਕਾਂ ਦੀ ਸੇਵਾ ਕਰਨਾ। ਠੀਕ ਹੈ, ਇਹ ਸਭ ਕੁਛ ਉਹਦੇ ਗੋਲਸ ਹੁੰਦੇ ਨੇ। ਅਤੇ ਇੱਕ ਗੋਲ ਓਰੀਐਂਟਡ ਹੁੰਦੀ ਹੈ ਬਿਜ਼ਨਸ ਦੇ ਵਿੱਚ। ਅਗਰ 2 ਕੰਪਨੀਜ਼ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਕਰ ਰਹੀਆਂ ਨੇ ਤਾਂ ਉਹਨਾਂ ਦਾ ਗੋਲ ਹੈ ਇੱਕ ਦੂਜੇ ਨਾਲ ਕੰਟਰੈਕਟ ਨੂੰ ਸਾਈਨ ਕਰਨਾ। ਤਾਂ ਇਹ ਸਾਰੇ ਗੋਲ ਓਰੀਐਂਟਡ ਕਮਿਊਨੀਕੇਸ਼ਨ ਦੇ ਵਿੱਚ ਆਉਂਦੇ ਨੇ। ਆਲਵੇਜ਼ ਸਿਸਟੇਮੈਟਿਕ ਹੁੰਦੀ ਹੈ। ਸਿਸਟੇਮੈਟਿਕ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਹਮੇਸ਼ਾ ਸਿਸਟੇਮੈਟਿਕ ਵੇ ਦੇ ਵਿੱਚ ਹੁੰਦੀ ਹੈ। ਦੇਖੋ, ਤੁਸੀਂ ਜਿਹੜੀ ਕਮਿਊਨੀਕੇਸ਼ਨ ਹੈ ਉਸਨੂੰ ਸਟੈਪ ਬਾਏ ਸਟੈਪ ਸਿੱਖਦੇ ਹੋ। ਠੀਕ ਹੈ, ਸਟੈਪ ਬਾਏ ਸਟੈਪ ਇਸ ਨੂੰ ਕਵਾਂਗੇ। ਸਟੈਪ ਬਾਏ ਸਟੈਪ ਇਸ ਨੂੰ ਕਿੱਦਾਂ ਸਿੱਖਦੇ ਹੋ, ਜਿਵੇਂ ਕਿ ਸਭ ਤੋਂ ਪਹਿਲਾਂ ਤੁਸੀਂ ਕੀ ਸਿੱਖੋਗੇ ਜੀ, ਵੋਕੈਬ ਸਿੱਖੋਗੇ। ਫਿਰ ਉਸ ਤੋਂ ਬਾਅਦ ਤੁਸੀਂ ਗੱਲ ਕਰੋਗੇ ਗ੍ਰਾਮਰ ਦੀ। ਫਿਰ ਉਸ ਤੋਂ ਬਾਅਦ ਤੁਸੀਂ ਆਓਗੇ ਥੋੜ੍ਹਾ ਲੈਂਗੁਏਜ ਫੋਨੈਟਿਕ 'ਤੇ, ਕਿ ਕਿਸੇ ਨੂੰ ਇਸ ਤਰੀਕੇ ਨਾਲ ਬੋਲਣਾ ਹੈ। ਫਿਰ ਉਸ ਨੂੰ ਤੁਸੀਂ ਇੱਕ ਲੈਂਗੁਏਜ ਦੇ ਤੌਰ 'ਤੇ ਯੂਜ਼ ਕਰੋਗੇ। ਵੋਕੈਬ ਸਿੱਖੀ, ਗ੍ਰਾਮਰ ਸਿੱਖੀ, ਵੋਕੈਬ ਨੂੰ ਗ੍ਰਾਮਰ ਦੇ ਵਿੱਚ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਸ ਨੂੰ ਫੋਨੈਟਿਕ ਮਤਲਬ ਬੋਲਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰੀਕੇ ਨਾਲ ਮੈਂ ਇਸ ਨੂੰ ਬੋਲ ਸਕਦਾ ਹਾਂ। ਅਤੇ ਤਿੰਨਾਂ ਨੂੰ ਮਿਲਾ ਕੇ ਆਫਟਰ ਦੈਟ ਜੋ ਤੁਸੀਂ ਤਿੰਨਾਂ ਦੇ ਵਿੱਚ ਐਕਸਪਰਟ ਹੋ ਜਾਂਦੇ ਹੋ, ਤੁਸੀਂ ਇੱਕ ਲੈਂਗੁਏਜ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਹਦੇ ਵਿੱਚ ਤੁਸੀਂ ਇਹਨਾਂ ਤਿੰਨਾਂ ਨੂੰ ਯੂਜ਼ ਕਰਦੇ ਹੋ। ਮਤਲਬ ਤੁਸੀਂ ਇੱਕ ਆਲਵੇਜ਼ ਸਿਸਟਮ ਦੇ ਵਿੱਚ ਚੱਲਦੇ ਹੋ, ਇੱਕ ਸਿਸਟਮੈਟਿਕਲੀ ਵੇ ਦੇ ਵਿੱਚ ਚੱਲਦੇ ਹੋ ਜਦੋਂ ਤੁਸੀਂ ਸਿੱਖਦੇ ਹੋ। ਠੀਕ ਹੈ, ਕਮਿਊਨੀਕੇਸ਼ਨ ਕਰਦੇ ਹੋ ਤਾਂ ਬਿਲਕੁਲ ਸਿਸਟਮੈਟਿਕ ਵੇ ਦੇ ਵਿੱਚ ਹੁੰਦੀ ਹੈ ਇਹ। ਔਰ ਇਹ ਕੁਝ ਕਰੈਕਟਰਿਸਟਿਕਸ ਸੀਗੀਆਂ ਆਪਣੇ ਕੋਲ ਜਿਹੜੀਆਂ ਆਪਾਂ ਕਵਰ ਕੀਤੀਆਂ ਨੇਗੀਆਂ ਕਮਿਊਨੀਕੇਸ਼ਨ ਦੀਆਂ। ਠੀਕ ਹੈ, ਇੰਪੋਰਟੈਂਟ ਨੇ ਇਹ ਵੀ। ਅਤੇ ਇੱਥੇ ਜੋ ਆਪਣਾ ਫਸਟ ਟੋਪਿਕ ਹੈ, ਦੇਖੋ ਫਸਟ ਟੋਪਿਕ ਕੀ ਸੀ ਆਪਣਾ, ਕਮਿਊਨੀਕੇਸ਼ਨ ਸਕਿੱਲ। ਜ਼ਿਆਦਾ ਨਹੀਂ ਸੀ ਲੈਂਥੀ, ਈਜ਼ੀ ਸੀਗਾ। ਕਮਿਊਨੀਕੇਸ਼ਨ ਸਕਿੱਲ ਦਾ ਜੋ ਫਸਟ ਟੋਪਿਕ ਆ ਪੂਰਾ ਤੁਹਾਡੇ ਸਾਹਮਣੇ ਹੈ ਕਿ ਕੰਪਲੀਟ ਹੋ ਚੁੱਕੀ ਹੈ। ਠੀਕ ਹੈ, ਟਾਈਪਸ ਇਹਦੀ ਆਪਾਂ ਸਭ ਤੋਂ ਪਹਿਲਾਂ ਦੁਬਾਰਾ ਰਿਪੀਟ ਕਰ ਰਹੀ ਹਾਂ। ਸਭ ਤੋਂ ਪਹਿਲਾਂ ਆਪਾਂ ਕੀ ਡਿਸਕਸ ਕੀਤਾ ਕਿ ਕਮਿਊਨੀਕੇਸ਼ਨ ਖੁਦ ਕੀ ਹੁੰਦੀ ਹੈ। ਫਿਰ ਆਪਾਂ ਇਹਦੀਆਂ ਟਾਈਪਸ ਬਾਰੇ ਡਿਸਕਸ ਕੀਤਾ ਸੀ। ਉਸ ਤੋਂ ਬਾਅਦ ਆਪਾਂ ਨੇ ਦੇਖਿਆ ਸੀ ਮਾਸ ਕਮਿਊਨੀਕੇਸ਼ਨ ਕੀ ਹੁੰਦੀ ਹੈ, ਮਾਸ ਕਮਿਊਨੀਕੇਸ਼ਨ ਦੀਆਂ ਟਾਈਪਸ ਬਾਰੇ ਦੇਖਿਆ ਸੀ, ਲਾਈਕ ਪ੍ਰਿੰਟ ਮੀਡੀਆ ਜਾਂ ਹੋਰ। ਠੀਕ ਹੈ, ਬੇਰੀਅਰਸ ਦੇਖੇ ਸੀ ਕਿਹੜੇ ਕਿਹੜੇ ਨੇ ਕਮਿਊਨੀਕੇਸ਼ਨ ਦੇ, 7 C's ਦੇਖੇ ਸੀਗੇ ਕਮਿਊਨੀਕੇਸ਼ਨ ਦੇ ਕਿਹੜੇ ਕਿਹੜੇ ਹੁੰਦੇ ਆ। ਅਤੇ ਆਫਟਰ ਦੈਟ ਜੋ ਆਪਣਾ ਲਾਸਟ ਟੋਪਿਕ ਹੈ ਉਹ ਕਿਹੜਾ ਜੀ, ਕਰੈਕਟਰਿਸਟਿਕਸ ਨੇਗੀਆਂ ਜਿਹੜੀਆਂ ਕਮਿਊਨੀਕੇਸ਼ਨ ਦੀਆਂ ਉਹ ਆਪਾਂ ਕਵਰ ਕੀਤੀਆਂ ਨੇ। ਤਾਂ ਇੱਥੇ ਜੋ ਆਪਣਾ ਫਸਟ ਟੋਪਿਕ ਆ ਉਹ ਕੰਪਲੀਟ ਹੁੰਦਾ, ਇੰਪੋਰਟੈਂਟ ਸੀਗਾ ਇੱਕ ਉਹ ਟੋਪਿਕ। ਹੁਣ ਜੋ ਆਪਾਂ ਸੈਕਿੰਡ ਟੋਪਿਕ ਆ ਉਹ ਕਵਰ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ, ਸਟਾਰਟ ਕਰਾਂਗੇ ਆਈ ਮੀਨ ਸੈਕਿੰਡ ਟੋਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਵੇਂ ਟੀਚਿੰਗ ਏਡਸ ਹੈ ਨਾ,
ਤਾਂ ਹਰ ਵਾਰ ਇੱਕ ਕਵਾਂਗੇ ਤਾਂ ਕਿਤੇ ਨਾ ਕਿਤੇ ਹਰ ਸਬਜੈਕਟ ਦੇ ਵਿੱਚ ਵੀ ਹੁੰਦਾ ਇਹ। ਤਾਂ ਟੀਚਿੰਗ ਏਡਸ ਨੂੰ ਡਿਟੇਲ ਦੇ ਵਿੱਚ ਸਟੱਡੀ ਕਰਨਾ ਸ਼ੁਰੂ ਕਰਾਂਗੇ। ਅਤੇ ਬਿਲਕੁਲ ਤੁਹਾਡੇ ਲਈ ਅਗਰ ਆਪਾਂ ਕਹਿ ਸਕਦੇ ਕਿ ਤੁਸੀਂ ਹੋਰ ਇਨਫੋਰਮੇਸ਼ਨ ਸਾਡੇ ਤੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸਭ ਤੋਂ ਪਹਿਲਾਂ ਤਾਂ ਸਬਸਕ੍ਰਾਈਬ ਕਰੋ YouTube 'ਤੇ, ਕਿਉਂਕਿ ਇਹ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਏਗਾ। ਤੁਸੀਂ CTET ਕਰੈਕ ਕਰਨਾ ਚਾਹੁੰਦੇ ਹੋ, PSTET ਕਰੈਕ ਕਰਨਾ ਚਾਹੁੰਦੇ ਹੋ, ਤਾਂ ਪ੍ਰੋਬਲਮ ਆਉਂਦੀ ਹੈ ਕਿ ਕਿਸ ਤਰੀਕੇ ਨਾਲ ਉਸ ਨੂੰ ਸ਼ੁਰੂ ਕਰੀਏ। PSTET ਦੇ ਵਿੱਚ ਕਿਸ ਸਮਝ ਨਹੀਂ ਆਉਂਦਾ ਕਿ ਕਿਹੜੇ ਟੌਪਿਕਸ ਕਰੀਏ, ਸਟਾਰਟਿੰਗ ਕਿਵੇਂ ਕਰੀਏ, ਤਾਂ ਉਹ ਸਾਰੇ ਕੁਐਸਚਨਸ ਦੇ ਆਨਸਰ ਤੁਹਾਨੂੰ ਸਾਡੇ ਚੈਨਲ 'ਤੇ ਮਿਲਣਗੇ। ਇੱਕ ਪ੍ਰੋਪਰ ਸੀਕੁਐਂਸ ਦੇ ਵਿੱਚ ਤੁਹਾਨੂੰ ਪੂਰਾ ਸਿਲੇਬਸ ਨਜ਼ਰ ਆਏਗਾ। ਇੰਸਟਾਗ੍ਰਾਮ ਜਾਂ ਫੇਸਬੁੱਕ 'ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਤੁਹਾਡਾ ਕੋਈ ਵੀ ਕੁਐਸਚਨ ਹੈ ਟੈਟ ਐਗਜ਼ਾਮ ਦੇ ਰਿਗਾਰਡਿੰਗ ਦਾ, ਬਿਲਕੁਲ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ ਦੇ ਉੱਪਰ ਜਾਂ ਫੇਸਬੁੱਕ ਪੇਜ ਦੇ ਉੱਪਰ, ਜਾਂ ਫਿਰ ਸਾਨੂੰ ਕੰਟੈਕਟ ਕਰ ਸਕਦੇ ਹੋ। ਤੁਹਾਡਾ ਕੋਈ ਵੀ ਡਾਊਟ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਸਾਡੇ ਤੋਂ ਪੁੱਛ ਸਕਦੇ ਹੋ, ਇੰਸਟਾਗ੍ਰਾਮ ਜਾਂ ਫੇਸਬੁੱਕ ਉੱਪਰ ਵੀ ਸਾਡੇ ਤੋਂ ਪੁੱਛ ਸਕਦੇ ਹੋ। ਤਾਂ ਹਰ ਇੱਕ ਕੁਐਸਚਨ ਦੇ ਆਨਸਰ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਆਫਟਰ ਦੈਟ ਗੱਲ ਕਰੀਏ ਟੈਲੀਗ੍ਰਾਮ ਚੈਨਲ ਦੀ, ਦੇਖੋ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਨੋਟਸ ਵੀ ਪ੍ਰੋਵਾਈਡ ਕਰਵਾਏ ਜਾਣਗੇ, PDF। ਹੁਣ ਜਿਹੜੀ PDF ਆਪਣੀ ਅੱਜ ਕਵਰ ਹੋ ਚੁੱਕੀ ਹੈ, ਜਿਹੜਾ ਟੌਪਿਕ ਆਪਣਾ ਅੱਜ ਕਵਰ ਹੋ ਚੁੱਕਿਆ ਹੈ, ਇਹ ਜੋ PDF ਹੈ ਤੁਹਾਨੂੰ ਸੈਂਡ ਕਿੱਥੇ ਕੀਤੀ ਜਾਏਗੀ ਜੀ, ਟੈਲੀਗ੍ਰਾਮ ਚੈਨਲ ਦੇ ਵਿੱਚ ਕੀਤੀ ਜਾਏਗੀ, ਠੀਕ ਹੈ, ਜਿਹਦਾ ਲਿੰਕ ਤੁਹਾਨੂੰ ਕੀ ਮਿਲ ਜਾਏਗਾ, ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਇੰਸਟਾਗ੍ਰਾਮ ਦਾ ਲਿੰਕ, ਫੇਸਬੁੱਕ ਦਾ ਲਿੰਕ, ਟੈਲੀਗ੍ਰਾਮ ਚੈਨਲ ਦਾ ਲਿੰਕ ਸਾਰੇ ਤੁਹਾਨੂੰ ਅਵੇਲੇਬਲ ਨਜ਼ਰ ਆਉਣਗੇ ਡਿਸਕ੍ਰਿਪਸ਼ਨ ਦੇ ਵਿੱਚ। ਤੁਸੀਂ ਚਾਹੋ ਤਾਂ ਜੁਆਇਨ ਕਰ ਸਕਦੇ ਹੋ। ਨੋਟਸ ਅਤੇ PDF ਲਈ ਵੀ ਤੁਹਾਨੂੰ ਟੈਲੀਗ੍ਰਾਮ ਚੈਨਲ ਜੋ ਹੈ ਉਹ ਸਬਸਕ੍ਰਾਈਬ ਕਰਨਾ ਪਏਗਾ, ਜੋ ਬਹੁਤ ਹੀ ਬੈਨੀਫਿਸ਼ੀਅਲ ਰਹਿਣ ਵਾਲਾ ਤੁਹਾਡੇ ਲਈ, ਠੀਕ ਹੈ। ਜੇ ਤੁਹਾਨੂੰ ਸਾਡਾ ਵੀਡੀਓ ਚੰਗਾ ਲੱਗਾ ਤਾਂ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਜ਼ਰੂਰ ਕਰੋ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜੋ ਸਟੂਡੈਂਟਸ ਨੇ, ਤੁਹਾਡੇ ਫਰੈਂਡਸ ਨੇ, ਉਹ ਕੀ ਕਰ ਸਕਣ, ਉਹ ਵੀ ਪ੍ਰੈਪਰੇਸ਼ਨ ਕਰ ਸਕਣ ਬਿਲਕੁਲ ਫ੍ਰੀ ਆਫ ਕੋਸਟ ਘਰ ਬੈਠੇ। ਤਾਂ ਜ਼ਰੂਰ ਇਸ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰੋ। ਅਤੇ ਅਗਲੇ ਟੌਪਿਕ ਨੂੰ ਸ਼ੁਰੂ ਕਰਾਂਗੇ ਆਪਣੇ ਨੈਕਸਟ ਵੀਡੀਓ ਦੇ ਵਿੱਚ, ਜਿਹਦਾ ਨੇਮ ਹੈ ਟੀਚਿੰਗ ਏਡਸ, ਠੀਕ ਹੈ। ਤਾਂ ਕੰਟੀਨਿਊ ਕਰਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਅੱਜ ਲਈ ਬਸ ਇੰਨਾ ਹੀ। ਥੈਂਕ ਯੂ।